आसा तुम ही सजन सुमिले और रखो रखनहार दयाला नानक करके गुजरे आसा हमारी प्यारी अमृतधारी गुर निमखना तारी रे दर्शन परसन सत्सन हसन रंग रंगी करतारी रे खिन रम गुरगम हरदम नह जम हर कंठ नानक पुर तारी रे तुर की पाणी आई तुर की पाणी आई करो कृपा तुर की पाणी तुर की पाणी आई तुर की पाणी आई तुर की पाणी तिन सगली चिंत मिटाई तिन सगली चिंत मिटाई तिन तिन सगली चिंत मिटाई तिन सगली चिंत मिटाई तिन रहमतां दे मालिक बख्शां दे भंडार बाणी गुरु शब्द गुरु ज्ञान गुरु ते सतगुरु गुरु ग्रंथ साहिब सच्चे पातशाह के चरनां नाल आप जी लंबे समय तो जिन्हें सत्संगी नाम भैन भरा बच्चे महाराज साहिब सच्चे पातशाह की गोद च नतमस्तक होने लई महान साका आप मना रहे हैं। आओ महाराज सच्चे पातशाह दियां रहमतां दौलत दी विचार दी अमृता करन तो पहला जिन्हें रबी प्यार में बैठे हैं आखो जी बड़े प्यार नाल वाहिगुरू जी का खालसा वाहिगुरू जी की फतेह। साडे तुहाडे सबना दे भाग चंगे बहुत सत्कारयोग मेरी भैन जिन्हें सानू 84 के बारे सरवण कराया। देखो आप इतिहास की लड़ी बहुत ही नहीं छेड़नी वीर जी होना भी तुहाडे नाल विचार साझे कीते ने। मैं बस एक दो बेनतियां लगा करने समाप्ति है। साडा घर गुरमुखो औरत की बड़ी इज्जत करता है। देखो धन गुरु नानक सच्चे पातशाह के सिद्धांत उन्होंने लोगों को चंगे नहीं लगते। बहुत कारण ने ये सब तो बड़ा कारण है साडा धन गुरु ग्रंथ साहिब का खजाना जिथे गुरमुखो एक रब की गल होंदी है और कोई नहीं। जां महाराज सच्चे पातशाह ने सानू एक रब तो बिना दूजे की गल ही नहीं दसी। आप वचन भी पढ़ने गुरा एक दे बजाई ते महाराज कहते सबना जिया का एक दाता। जब एक की गल गुरमुखो गुरु नानक मूल मंत्र च करते हैं ना उदो दुनिया के लोग कंबदे।
ਤਾਂ ਬਾਬੇ ਨਾਨਕ ਨੇ ਸਾਨੂੰ ਸਭਨਾਂ ਨੂੰ ਹੋਕਾ ਦਿੱਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, 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 ਸਾਹਿਬ ਮੇਰਾ ਏਕੋ ਹੈ। ਔਰ ਦੂਸਰੀ ਬੇਨਤੀ, ਆਪਾਂ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦਾ ਆਪ ਪੜ੍ਹਨ ਦਾ ਯਤਨ ਕਰੀਏ। ਵੇਖੋ ਭਾਈ ਸਾਹਿਬ ਹੋਣਾ ਨੇ, ਭੈਣ ਜੀ ਹੋਣਾ ਨੇ ਬਹੁਤ ਮਿਹਨਤ ਕੀਤੀ ਹੈ ਤੇ ਕਿੰਨੇ ਗੁਰਮੁਖ ਬੂਟੇ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਲਾਏ ਨੇ। ਇਹ ਸਭ ਤੋਂ ਵੱਡੀ ਅੱਤ ਦੇਣ ਹੈ ਕਿ ਆਪਾਂ ਬਹੁਤਾ ਕੁਝ ਨਹੀਂ ਕਰ ਸਕਦੇ, ਲੇਕਿਨ ਆਪਣੇ ਬੱਚੇ ਜ਼ਰੂਰ ਸਾਂਭ ਲਈਏ। ਵੇਖੋ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ ਨਾ, ਇਹ ਨਿਆਣੇ ਸਾਡੇ ਨਹੀਂ, ਇਹ ਨਿਆਣੇ ਸਾਡੇ ਦੇਸ਼ ਦੇ ਵੀ। ਔਰ ਜਿਸ ਪਰਿਵਾਰ ਨੇ ਆਪਣੇ ਬੱਚੇ ਸਾਂਭੇ ਨੇ ਤੇ ਸਾਡੀ ਸਾਰੀ ਜ਼ਿੰਦਗੀ ਗੁਰਮੁਖੋ ਇਹਨਾਂ ਬੱਚਿਆਂ ਦੇ ਸਿਰ ਤੇ ਖੜੀ ਹੈ। ਬਹੁਤ ਨੇ ਜਿਹੜੇ ਆਪਾਂ ਮਰਵਾ ਰਹੇ ਨੇ, ਨਸ਼ਿਆਂ ਤੇ ਵਹਾ ਦਿੱਤੇ। ਸਭ ਤੋਂ ਵੱਡੀ 84 ਇਹੋ ਹੀ ਹੈ ਕਿ ਆਪਾਂ ਗੁਰਮੁਖੋ ਜਿਵੇਂ ਤੁਹਾਡੇ ਨਗਰ ਦੇ ਅੰਦਰ ਇੰਨੀ ਮਿਹਨਤ ਕਰਨ ਵਾਲੇ ਗੁਰੂ ਕੇ ਵਜ਼ੀਰ ਨੇ ਔਰ ਤੁਸੀਂ ਬੜੇ ਪਿਆਰ ਨਾਲ ਸਾਥ ਦਿੱਤਾ ਹੈ। ਔਰ ਮੈਂ ਇੱਕ ਦੋ ਬੇਨਤੀਆਂ ਕਰਦੇ ਹਾਂ। ਵੇਖੋ ਜੇ ਗੁਰੂ ਨੂੰ ਹੱਥ ਨਾ ਫੜਾਵਾਂਗੇ ਬੱਚਿਆਂ ਦਾ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਹੱਥ ਫੜਿਆ ਗੁਰੂ ਰਾਮਦਾਸ ਮਹਾਰਾਜ। ਔਰ ਗੁਰਮੁਖੋ ਜਦੋਂ ਆਪਾਂ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤੇ ਜਿਹੜੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦ 'ਚ ਬੈਠੇ ਨੇ, ਆਪਾਂ ਘਰ ਬਣਾਉਂਦੇ ਹਾਂ, 40-45 ਸਾਲ ਦੀ ਮਿਹਨਤ ਆਪਾਂ ਘਰ ਤੇ ਲਾਉਂਦੇ ਹਾਂ। ਤੇ ਭੈਣਾਂ ਬੜੀਆਂ ਸਿਆਣੀਆਂ, ਇਹ ਕਹਿੰਦੀਆਂ ਜਿੱਦਾਂ ਦੀਆਂ ਪਲੇਟਾਂ ਗੁਆਂਢੀ ਨੇ ਲਵਾਈਆਂ ਨੇ ਨਾ ਘਰ ਦੇ ਅੰਦਰ, ਮੈਂ ਨਹੀਂ ਲਵਾਉਣੀਆਂ, ਮਹਿੰਗੀਆਂ ਲਵਾਉਣੀਆਂ ਨੇ। ਘਰ ਵਾਲਾ ਕਹਿੰਦਾ ਤੂੰ ਮਹਿੰਗੀਆਂ ਲਵਾ ਲਾ, ਲਵਾਉਣੀਆਂ ਚਾਹੀਦੀਆਂ, ਧੰਨ ਸਾਨੂੰ ਰੱਬ ਨੇ ਦਿੱਤਾ। ਆਪਾਂ ਕਹਿੰਦੇ ਹਾਂ ਜਿੱਦਾਂ ਦੇ ਬੈੱਡ ਗੁਆਂਢੀ ਲੈ ਕੇ ਆਏ ਨੇ ਅਸੀਂ ਨਹੀਂ ਲੈ ਕੇ ਆਉਣੇ, ਮਹਿੰਗੇ ਲਿਆਉਣੇ ਨੇ, ਜ਼ਰੂਰ ਲਿਆਈਏ। ਜਿੱਦਾਂ ਦੀ ਗੱਡੀ ਗੁਆਂਢੀਆਂ ਨੇ ਲਿਆਂਦੀ ਹੈ ਅਸੀਂ ਨਹੀਂ ਲੈ ਕੇ ਆਉਣੀ, ਭਾਵੇਂ 10 ਲੱਖ 8 ਲੱਖ 4 ਲੱਖ ਮਹਿੰਗੀ ਲਿਆਈਏ, ਆਪਾਂ ਮਹਿੰਗੀ ਗੱਡੀ ਲਿਆਉਣੀ ਚਾਹੀਦੀ ਹੈ। ਰੱਬ ਨੇ ਧਨ ਦਿੱਤਾ ਹੈ, ਆਪਾਂ ਕਮਾਈ ਕੀਤੀ ਹੈ। ਪਰ ਬਾਬਾ ਨਾਨਕ ਦੀ ਬੜੀ ਵੱਡੀ ਰਹਿਮਤ ਸਾਡੇ ਸਭਨਾਂ ਤੇ ਰੋਜ਼ ਕਰਦੇ ਨੇ। ਕਹਿੰਦੇ ਸਿੱਖਾ ਪਲੇਟਾਂ ਮਹਿੰਗੀਆਂ ਲਵਾ ਲਾ, ਕੋਈ ਚਿੰਤਾ ਨਹੀਂ, ਬੈੱਡ ਮਹਿੰਗੇ ਲੈ ਲਾ, ਗੱਡੀਆਂ ਮਹਿੰਗੀਆਂ ਲੈ ਲਾ, ਸੋਫੇ ਸੈੱਟ ਮਹਿੰਗੇ ਲੈ ਲਾ, ਪਰ ਮਹਾਰਾਜ ਰੋਜ਼ ਜਪਜੀ ਸਾਹਿਬ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਤੇਰੇ ਜਾਣ ਤੋਂ ਬਾਅਦ ਤੇਰਾ ਘਰ ਸਾਂਭਣਾ ਹੈ ਨਾ, ਬਾਬਾ ਨਾਨਕ ਜੀ ਕਹਿੰਦੇ ਉਹਨਾਂ ਦਾ ਭਲਿਆ ਧਿਆਨ ਰੱਖੀ, ਉਹਨਾਂ ਨੂੰ ਧਨ ਅੰਮ੍ਰਿਤ ਬਾਣੀ ਮਹਿੰਗੀ ਪਿਆਈ। ਤੇ ਮਹਾਰਾਜ ਕਹਿੰਦੇ ਫਿਰ ਮੇਰੀ ਨਿਗਾਹ ਨਾਲ ਵੇਖੀ, ਜੇ ਵੇਖੇਗਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿੱਖ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਜਿਹੜੇ ਬੱਚੇ ਗੁਰਮੁਖੋ ਆਪਾਂ ਗੁਰੂ ਦੇ ਜਹਾਜ਼ੇ ਨਹੀਂ ਨਾ ਬਿਠਾਏ। ਇੱਕ ਵਿਦਵਾਨ ਨੇ ਗੁਰਪ੍ਰੀਤ ਸਿੰਘ ਤੂਰ SSP ਲੱਗੇ ਰਹੇ ਨੇ, ਉਹਨਾਂ ਨੇ ਬੜੀਆਂ ਪੁਸਤਕਾਂ ਲਿਖੀਆਂ। ਇੱਕ ਪੁਸਤਕ ਉਹਨਾਂ ਲਿਖੀ ਹੈ ਜੀਵੇ ਜਵਾਨੀ, ਤੁਹਾਨੂੰ ਮਿਲੇ ਤੇ ਜ਼ਰੂਰ ਪੜ੍ਹਿਓ। ਉਹਦੇ ਵਿੱਚ ਉਹ ਲਿਖਦੇ ਨੇ ਪੰਜਾਬ ਦੀ ਹਾਲਤ SSP ਹੋਣ ਕਰਕੇ ਉਹਨਾਂ ਕੋਲੇ ਬਹੁਤ ਕੇਸ ਇੱਦਾਂ ਦੇ ਆਉਂਦੇ ਸਨ। ਉਹਦੇ ਵਿੱਚ ਇੱਕ ਜ਼ਿਕਰ ਕਰਦੇ ਨੇ, ਕਹਿੰਦੇ ਮੇਰੇ ਕੋਲੇ ਗੁਰਦਾਸਪੁਰ ਮੈਂ ਆਇਆ ਸੀ, ਉੱਥੇ ਮੇਰੇ ਕੋਲੇ ਇੱਕ ਬੀਬੀ ਆਈ 55 ਸਾਲ ਦੀ। ਉਹਨੇ ਮੁਨਸ਼ੀ ਨੂੰ ਕਿਹਾ ਮੈਂ SSP ਸਾਹਿਬ ਨੂੰ ਮਿਲਣਾ। ਕਹਿੰਦੇ ਮੁਨਸ਼ੀ ਮੇਰੇ ਕੋਲੇ ਆਇਆ, ਮੈਨੂੰ ਕਹਿੰਦਾ ਤੁਹਾਨੂੰ ਇੱਕ ਭੈਣ ਮਿਲਣਾ ਚਾਹੁੰਦੀ ਹੈ। ਮੈਂ ਕਿਹਾ ਭੇਜ ਦੇ। ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਬੜੇ ਪਿਆਰ ਵਾਲੇ ਗੁਰਮੁਖ ਜਨ। ਉਹ ਕਹਿੰਦੇ ਜਦੋਂ ਉਹ ਬੀਬੀ ਮੇਰੇ ਕੋਲੇ ਆਈ, ਮੈਂ ਇਸ਼ਾਰਾ ਕੀਤਾ ਭੈਣ ਬਹਿ ਜਾ, ਬਹਿ ਗਈ। ਉਹਨੇ ਸਾਦੇ ਦੇ ਕੱਪੜੇ ਪਾਏ, ਇੱਕ ਐਪਲੀਕੇਸ਼ਨ ਮੇਰੇ ਟੇਬਲ ਤੇ ਰੱਖੀ। ਕਹਿੰਦੇ ਉਹ ਮੈਂ ਪੜ੍ਹਿਆ, ਉਹਦੇ ਵਿੱਚ ਲਿਖਿਆ ਸੀ ਵੀ SSP ਸਾਹਿਬ
मैनू ना खतरा है, मैनू कोई मारना चाहता है, तो मैनू थाने के अंदरों एक सिक्योरिटी गार्ड दिता जाए। कह लगे मैं बड़ा हैरान हाँ। मैं उन्हें पूछया भैन नूं बीबी नूं भी तेन कोई शरीके वाला मारना चाहता है, भैन भरा मारना चाहता है, या कोई तेरी जमीन हड़पना चाहता है, तेन तेरा कतल कौन करना चाहता है? वो बीबी ने अखा भरिया कह लगी SSP साहब मैं सरकारी स्कूल के अंदर प्रिंसीपल, रब ने कला कला पुत दिता सी, मेरा घर वाला चढ़ाई कर गया, पर इन्ना धन होने के बावजूद वो बीबी अखा भर के कहती है, कहती तुहाडे कोलों की लुकाउणा है, मेरे कोलों ना अपना पुत नहीं सामभ्या गया। तो मैं भैनों तुहानूं भी बेनती करनी चाहुंदा, वेखो जदों तक साडे बच्चे रोजगार ते नहीं लग जाते ते तीन चीज़ां कभी नहीं छड्डणियां चाहीदियां। पहली तो यह है कि रज के पढ़ाइए अपने बच्चों को, सारी एनर्जी अपने दिमाग की अपने धियां पुत्तां ते लाइए, दसो सानू होर कोई काम नहीं है। और दूजी बेनती आ तुहाडे बच्चे बैठे ने, जिहड़ा बच्चा 16 साल तो थल्ले है, अमरीका के विग्यानी कहते हैं उन्होंने सैलफोन बिल्कुल नहीं देना चाहिए। भैनों ये तुहाडा फर्ज बनता, जे धी की क्लास लगी है, पुत की क्लास लगी है, तो आपां कोले बईए उस बच्चे दे, दादा बवे, दादी बवे, प्यो बवे, माँ बवे, जदों तक बच्चा क्लास ला के हटता है नाल ही उहदे कोल सैलफोन ले लिया जाए। ये मैं तां बेनतियां कर रहा, नहीं तो 4 साल का बच्चा कह रहा है, जिहड़े बच्चे आपां गेम खेडण लाते ना भैणां ने, वो 4 साल का बच्चा कह रहा है मैं बोर हो रहे हैं। तो दसो मैं तुहानूं पुछना चाहुंदा, जे तुहाडा 4 साल का बच्चा कहे मेरा घर च दिल नहीं लगता, मैं बोर हो रहा है, दसो उन्होंने किहड़े डॉक्टर कोले खड़ोगे, किहड़ी दवाई दवाओगे? इन्हां दे हत्थां 'च गुटका साथ दईए, इन्हां दे हत्थां 'च पोथियां दईए, इन्हां दे हत्थां 'च आपां फुटबाल दईए, इन्हां दे हत्थां 'च हाकी दईए, इन्हां दे हत्थां 'च आपां बल्ला दईए। जे गुरमुखो अपने बच्चे सामने ने, पहली रहमत यह है कि कभी गुरमुखो बच्चों को पढ़ाई वाले पासे तो आपां इन्हां दे नाल मदद करनी है। ते दूजी बेनती, जदों बच्चे स्कूलों आउंदे ने ना, इन्हां प्यार नाल पढ़ाइए, लाडा नाल ना पढ़ाइए। मैं तो कहना जे 100 रुपया भी बच्चा मंगता है तो भैनों तुहाडा फर्ज बनता है उन्होंने कहो पुत 100 रुपया दे देंगे, पर सारे घर च पोचा ला दे, उन्होंने पता हो कि 100 रुपया पोचा लाया मिलता है। आ जिहड़ी धन है ना साडी, इहदा भी सानू पता होना चाहिए है। आपां लोग जिहड़े गुरमुखो लाडां नाल पालण करके वाधू दे रुपये अपने धीआं पुत्तां नूं दिंदे हां। सानू जे तुहाडा बच्चा 10वीं वाला 8वीं वाला मोटरसाइकिल मंगता है तो जरूर बच्चे नूं कहिए जुत करके कि पुत तू पटवारी लगे, मैं ज्यादा लम्मा ना दौड़ा, वापस मैं परता, 3 दातां कभी नहीं छड्डणीआं। एक गुरमुखो पढ़ाई आपां बच्चिआं नूं धी होवे पुत होवे रख के कराइए। दूजी गुरमुखो खेड मैदान ना छड्डीए। ते तीजी दात जिहड़ी सब तो वड्डी है तुहाडे नगर ते किरपा है, आपां गुरमुखो गुरुद्वारा ना छड्डीए। फिर बेनती करां, पहली दात है कि आपां पढ़ाई ना छड्डीए, दूजी दात है गुरमुखो खेड मैदान अपने बच्चों नूं ना छड्डाइए, ते तीसरी दात है आपां गुरमुखो गुरु नानक सच्चे पातशाह की गोदी ना बच्चों को खोइए। धी होवे पुत होवे, आप भी मेहनत करिए। वो SSP साहब उन पुछते ने, कहते बीबी तेनू कौन मारना चाहता है? वो कहती SSP साहब रब ने धन बड़ा दिता सी, मेरा पति चढ़ाई कर गया, मैं सरकारी स्कूल के अंदर प्रिंसीपल हाँ, पर रोंदी रोंदी कहती है, कहती SSP साहब तुहानू की दसा, मेरे को अपना पुत नहीं सामभ्या गया। SSP साहब कहने लगे बीबी की होया? वो कहती है मेरा पुत माड़ी संगत की बह गया। जिहड़ा गुरमुखो 14-15 साल का नौजवान एक बारी समैक का सूटा लाउंदा है ना, वो वापस नहीं मुड़ के कभी मुड़ता। आपां ध्यान रखना साडे बच्चे दे किदां दे मित्र ने, बच्चा कित्थे खड़ा है। आ तुहाडे नगर च जिहड़ा कैंप लगा, मैं तां बेनती कर रहा। और वो SSP साहब नूं वो बीबी कहण लगी कि मेरा पुत ना माड़ी संगत की बहनी बह गया। कहते फिर वो कहती है हुण वो ना समैक दे सूटे लाउण लग गए। कहते बीबी फिर
ਉਹ ਰੋਂਦੀ ਰੋਂਦੀ ਕਹਿੰਦੀ ਹੈ, ਕਹਿੰਦੀ SSP ਸਾਹਿਬ ਹੁਣ ਉਹਦੇ ਮਿੱਤਰ ਕਹਿੰਦੇ ਨੇ ਮੇਰੇ ਪੁੱਤ ਦੇ ਕਿ ਤੂੰ ਨਾ ਆਪਣੀ ਮਾਂ ਦਾ ਕਤਲ ਕਰ ਦੇ ਤਾਂ ਤੈਨੂੰ ਇਹਦੀ ਸਰਕਾਰੀ ਨੌਕਰੀ ਮਿਲ ਜਾਏਗੀ, ਜਿੰਨਾ ਤੇਰੀ ਮਾਂ ਦਾ ਬਚਿਆ ਫੰਡ ਹੈ ਨਾ ਉਹ ਤੈਨੂੰ ਮਿਲ ਜਾਏਗਾ। ਉਹ ਰੋਂਦੀ ਰੋਂਦੀ ਕਹਿੰਦੀ ਹੈ, ਕਹਿੰਦੀ ਮੇਰੇ ਢਿੱਡੋਂ ਜੰਮਿਆ ਮੇਰਾ ਪੁੱਤ ਅੱਜ ਮੇਰੇ ਮਗਰ ਜੰਮ ਬਣ ਕੇ ਤੁਰਿਆ ਫਿਰਦਾ। ਆਹ ਹਾਲਤ ਆਪਾਂ ਪੰਜਾਬ ਦੀ ਕੀਤੀ ਹੈ। ਆ ਤੁਹਾਡੇ ਨਗਰ ਦੇ ਉੱਤੇ ਭਾਈ ਸਾਹਿਬ ਨੇ ਵੇਖੋ, ਸਭ ਤੋਂ ਵੱਡਾ ਪੁੰਨ ਹੈ ਕਿਸੇ ਦੇ ਪੁੱਤ ਨੂੰ ਬਚਾ ਕੇ ਨਾ ਤੇ ਗੁਰਮੁਖੋ ਰੁਜ਼ਗਾਰ ਤੇ ਲਾਉਣਾ। ਸਭ ਤੋਂ ਵੱਡਾ ਪਾਪ ਹੈ ਕਿਸੇ ਦੇ ਪੁੱਤ ਨੂੰ ਮਾੜੇ ਪਾਸੇ ਲਾਉਣਾ। ਵੇਖੋ ਰੱਬ ਨੇ ਸਾਨੂੰ ਵੀ ਪੁੱਛਣਾ ਕਿੰਨਿਆਂ ਦੇ ਪੁੱਤ ਬਚਾ ਕੇ ਆਏ। ਰੱਬ ਨੇ ਸਾਨੂੰ ਵੀ ਪੁੱਛਣਾ ਕਿ ਸੱਜਣਾ ਕਿੰਨਿਆਂ ਦੇ ਪੁੱਤ ਨੂੰ ਚੰਗੇ ਪਾਸੇ ਲਾ ਕੇ ਆਏ। ਇੱਕ ਉਦਾਹਰਨ ਹੋਰ ਦੇ ਦਿਆਂ। ਉਹ SSP ਸਾਹਿਬ ਕਹਿਣ ਲੱਗੇ ਪੰਜਾਬ ਦੀ ਏਦਾਂ ਦੀ ਹਾਲਤ ਹੈ, ਇੱਕ ਬੰਦੇ ਦਾ ਵਿਆਹ ਹੋਇਆ, ਉਹਦੀ ਉਦੋਂ ਸੀ 6.5 ਕਿੱਲੇ ਪੈੜੀ, ਔਰ ਗੁਰਮੁਖੋ ਰੱਬ ਨੇ ਘਰ 'ਚ ਤਿੰਨ ਬੱਚੇ ਉਹਦੇ ਘਰ ਹੋਏ, 2 ਧੀਆਂ 1 ਪੁੱਤ। ਉਹ ਬੰਦਾ ਸ਼ਰਾਬ ਪੀਣ ਦਾ ਆਦੀ, ਗੋਲੀਆਂ ਖਾਣ ਦਾ, ਹੋਰ ਨਸ਼ੇ ਦਾ ਆਦੀ ਹੋ ਗਿਆ। ਉਹ ਜਦੋਂ ਗੁਰਮੁਖੋ ਧੀ ਵੱਡੀ 10 ਸਾਲ ਦੀ ਹੋਈ ਨਾ, ਉਹ 6 ਕਿੱਲੇ ਸ਼ਰਾਬ ਦੇ ਅੰਦਰ ਵਹਾ ਗਿਆ। ਔਰਤ ਨੇ ਰੌਲਾ ਪਾਇਆ, ਸਾਡੀਆਂ ਭੈਣਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ। ਔਰਤ ਨੇ ਰੌਲਾ ਪਾਇਆ, ਦੋਵੇਂ ਪੰਚਾਇਤਾਂ ਇਕੱਠੀਆਂ ਹੋਈਆਂ, ਉਹਨਾਂ ਦੀ ਜਿਹੜੀ ਅੱਧਾ ਕਿੱਲਾ ਜ਼ਮੀਨ ਬਚੀ ਸੀ ਨਾ, ਉਹ ਨਾ ਕਰਾਤੀ ਉਸ ਔਰਤ ਦੇ। ਉਹਨੇ ਸ਼ਰਤ ਰੱਖੀ ਵੀ ਮੈਂ ਤੇਰੇ ਘਰ ਹੁਣ ਤਾਂ ਵਸਣਾ ਹੈ, ਜੇ ਸ਼ਰਾਬ ਦਾ ਘੁੱਟ ਵੀ ਪੀ ਕੇ ਘਰ ਆਇਆ ਨਾ ਤੇ ਫਿਰ ਮੈਂ ਤੇਰੇ ਘਰੋਂ ਨਿਕਲ ਜਾਣਾ ਹੈ। ਉਹ ਬੰਦਾ ਮੰਨ ਗਿਆ, ਰੋਟੀ ਪੱਕਣੋਂ ਹਟ ਕੇ ਮੰਨ ਗਿਆ ਕਿ ਹੁਣ ਮੈਂ ਸ਼ਰਾਬ ਨਹੀਂ ਪੀਂਦਾ। ਪਰ ਵੇਖੋ ਜਿਹੜਾ ਬੰਦਾ ਇੱਕ ਵਾਰੀ ਦਰੀਜਾ ਲੰਘ ਜਾਂਦਾ ਹੈ ਠੇਕੇ ਦੀਆਂ, ਬੜੀ ਮੁਸ਼ਕਿਲ ਹੈ ਕੋਈ ਸੂਰਮਾ ਜਿਹੜਾ ਮੋੜ ਆਵੇ। ਤਾਂ ਆਪਾਂ ਬਚਪਨ ਤੋਂ ਚਾਹੁੰਦੇ ਹਾਂ ਕਿ ਗੁਰਮੁਖੋ ਬਚਪਨ ਤੋਂ ਐਸਾ ਬੀਜ ਬੀਜਿਆ ਜਾਵੇ, ਸਾਡੇ ਧੀਆਂ ਪੁੱਤ ਜਿਹੜੇ ਮਰਜ਼ੀ ਦੇਸ਼ ਜਾ ਕੇ ਮਿਹਨਤ ਕਰਨ, ਪਰ ਗੁਰੂ ਨਾਨਕ ਦਾ ਪਿਆਰ ਨਾ ਇਹਨਾਂ ਦੇ ਅੰਦਰੋਂ ਨਿਕਲੇ। ਉਹ 15 ਮਿੰਟ ਲੰਘੇ, ਉਹ ਸ਼ਰਾਬ ਪੀ ਕੇ ਆਇਆ। ਉਹ ਬੀਬੀ ਨੇ ਰਾਤ ਇੰਨਾ ਗੁੱਸਾ ਖਾਧਾ, ਉਹਨੇ ਤਿੰਨੇ ਨਿਆਣੇ 4 ਵਜੇ ਹਨੇਰੇ ਉੱਠੀ ਤੇ ਭੜੋਲੇ ਤੋਂ 3 ਮੁੱਠੀਆਂ ਕਣਕ ਦੇ ਦਾਣਿਆਂ ਦੀਆਂ ਕੱਢੀਆਂ, ਆਪਣੇ ਚੁੰਨੀ ਦੇ ਪੱਲੇ ਬੰਨੀਆਂ। ਉਹ ਤਿੰਨਾਂ ਬੱਚਿਆਂ ਨੂੰ ਕਹਿੰਦੀ ਹੈ, ਕਹਿੰਦੀ ਮੈਂ ਇਹ ਦਾਣੇ ਤੁਹਾਡੇ ਹੱਥਾਂ ਨਾਲ ਲਾ ਕੇ ਨਾ ਤੇ ਨਹਿਰ 'ਚ ਸੁੱਟ ਕੇ ਆਉਣੇ ਨੇ। ਉਹਨੇ ਤਿੰਨੇ ਬੱਚੇ ਲਏ ਦਾਣੇ, ਤਾਂ ਕੀ ਸੁੱਟਣੇ ਸੀ ਉਹਨੇ। ਇੰਨਾ ਗੁੱਸਾ ਉਹਨੇ ਖਾਧਾ। ਭੈਣ ਨੇ ਤਿੰਨੇ ਬੱਚੇ ਲਏ ਤੇ ਨਹਿਰ ਦੇ ਕੰਢੇ ਤੇ ਗੁਰਮੁਖੋ ਜਾ ਕੇ ਤਿੰਨਾਂ ਨਿਆਣਿਆਂ ਦਾ ਹੱਥ ਫੜ ਕੇ ਤੇ ਆਪ ਤੇ 3 ਨਿਆਣੇ ਉਹਨੇ ਛਾਲ ਮਾਰ ਦਿੱਤੇ। SSP ਸਾਹਿਬ ਕਹਿੰਦੇ ਸਵੇਰੇ ਬੰਦਾ ਕੋਈ ਸੈਰ ਕਰਦਾ ਸੀ, ਉਹਨੇ ਗੁਰਮੁਖੋ 10 ਸਾਲ ਦੀ ਧੀ ਨੂੰ ਬਚਾ ਲਿਆ। ਤੇ ਉਹ ਜਦੋਂ ਧੀ ਨੂੰ ਬਚਾਇਆ ਨਾ, ਮਾਂ ਵੀ ਰੁੜ ਗਈ, ਉਹਦਾ ਛੋਟਾ ਭਰਾ ਵੀ ਰੁੜ ਗਿਆ, ਉਹਦੀ ਛੋਟੀ ਭੈਣ ਵੀ ਰੁੜ ਗਈ। ਉਹ SSP ਸਾਹਿਬ ਲਿਖਦੇ ਨੇ, ਕਹਿੰਦੇ 24 ਘੰਟਿਆਂ ਬਾਅਦ ਲੋਥਾਂ ਲੱਭੀਆਂ। ਤੇ ਉਹ ਜਿਹੜੀ ਧੀ ਸੀ ਨਾ, ਉਹ 24 ਘੰਟਿਆਂ 'ਚ 30 ਕਿਲੋਮੀਟਰ ਪੈਂਡਾ ਤੈਅ ਕਰਕੇ ਆਪਣੀ ਮਾਂ ਦੇ ਮਗਰ, ਆਪਣੀ ਭੈਣ ਦੇ ਮਗਰ ਤੇ ਆਪਣੇ ਭਰਾ ਦੇ ਮਗਰ, ਇਹ ਮੈਂ ਤਾਂ ਬੇਨਤੀਆਂ ਕੀਤੀਆਂ ਨੇ। ਆਪਾਂ ਗੁਰਮੁਖੋ ਤਾਂ ਘਰਾਂ ਨੂੰ ਬਚਾਉਣਾ ਹੈ ਕਿ ਸਾਡੇ ਘਰਾਂ 'ਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਖੁਸ਼ਬੂ ਆਵੇ, ਸਾਡੇ ਘਰਾਂ 'ਚ ਮਹਿਕ ਆਵੇ, ਸਾਡੇ ਘਰੋਂ ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ ਦਾ ਖਜ਼ਾਨਾ ਪ੍ਰਗਟ ਹੋਵੇ। ਤਾਂ ਆਪਾਂ ਐਡੇ ਵੱਡੇ ਮਹੱਲ, ਐਡੇ ਵੱਡੇ ਹਸਪਤਾਲ ਗੁਰਮੁਖੋ ਪਿੰਡਾਂ 'ਚ ਬਣਾਏ ਨੇ। ਬਲਿਹਾਰੇ ਜਾਈਏ ਧੰਨ ਗੁਰੂ ਨਾਨਕ ਸਾਹਿਬ ਤੋਂ, ਜਿਨ੍ਹਾਂ ਨੇ ਗੁਰਮੁਖੋ 35 MD, ਮੈਂ ਕਹਿੰਦਾ MD ਵੀ ਸ਼ਬਦ ਥੋੜਾ, ਦੁਨੀਆ ਦੇ ਜਿੰਨੇ ਹਸਪਤਾਲ ਨੇ ਉੱਥੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡੇ ਤਨ ਦਾ ਇਲਾਜ ਹੁੰਦਾ ਹੈ। ਇੱਕੋ ਇੱਕ ਹਸਪਤਾਲ ਹੈ ਮਹਾਰਾਜ ਦਾ, ਜਿੱਥੇ ਬਾਬੇ ਨਾਨਕ ਨੇ ਹਿੰਦੁਸਤਾਨ ਦੇ 35 ਡਾਕਟਰ ਇਕੱਠੇ ਬਿਠਾ ਕੇ ਗੁਰਮੁਖੋ ਆ ਵੱਡਾ ਹਸਪਤਾਲ ਬਣਾਇਆ ਹੈ, ਜਿੱਥੇ ਸਾਡੇ ਮਨ ਦਾ ਇਲਾਜ ਹੁੰਦਾ। ਇੱਥੇ ਮਨ ਧੋਵੋ, ਸ਼ਬਦ ਲਾਗੋ। ਜਦੋਂ ਮਨ ਧੋਤਾ ਗਿਆ, ਉਦੋਂ ਗੁਰਮੁਖੋ ਬੰਦਾ ਪੁੱਤ ਵੀ ਚੰਗਾ ਬਣੇਗਾ, ਭਰਾ ਵੀ ਚੰਗਾ ਬਣੇਗਾ, ਉਦੋਂ ਗੁਰਮੁਖੋ ਪਿਤਾ ਵੀ ਚੰਗਾ ਬਣੇਗਾ, ਗਵਾਂਢੀ ਵੀ ਚੰਗਾ ਬਣੇਗਾ, ਪਤੀ ਵੀ ਚੰਗਾ ਬਣੇਗਾ। ਏਦਾਂ ਹੀ ਸਾਡਾ ਜੀਵਨ ਹੈ। ਉਹ ਦੇਸ਼ ਨੇ ਸਾਡੇ, ਜਿਸ ਮੇਰੀ ਭੈਣ ਦਾ ਮਨ ਧੋਤਾ ਗਿਆ, ਉਹ ਗੁਰਮੁਖੋ ਨੌਂ ਵੀ ਚੰਗੀ ਬਣੇਗੀ, ਸੱਸ ਵੀ ਚੰਗੀ ਬਣੇਗੀ, ਪਤਨੀ ਵੀ ਚੰਗੀ ਹੋਵੇਗੀ, ਮਾਂ ਵੀ ਚੰਗੀ ਹੋਵੇਗੀ, ਔਰ ਗੁਰਮੁਖੋ ਭੈਣ ਵੀ, ਔਰ ਜੀਵਨ ਦਾ ਹਰੇਕ ਰਿਸ਼ਤਾ ਉਹ ਚੜ੍ਹਦੀ ਕਲਾ ਨਾਲ ਨਿਭਾਵੇਗੀ। ਫਿਰ ਇੱਕ ਸਮਾਂ ਬਣਿਆ, ਆਪਾਂ ਜ਼ਰੂਰ 84 ਦਾ ਇਤਿਹਾਸ
ਲੜੀਵਾਰ ਗੁਰਮੁਖੋ ਵਿਚਾਰਾਂਗੇ ਔਰ ਇਤਿਹਾਸ ਦੇ ਪੰਨੇ ਜ਼ਰੂਰ ਆਪਾਂ ਬੈਠ ਕੇ ਵਰਕਿਆਂ ਨੂੰ ਫਰੋਲਾਂਗੇ। ਉਹਨਾਂ ਮਹਾਨ ਸ਼ਹੀਦਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਔਰ ਮਹਾਨ ਸ਼ਹੀਦ ਭਾਈ ਸੁਬੇਗ ਸਿੰਘ ਵਰਗੇ, ਭਾਈ ਸਤਵੰਤ ਸਿੰਘ ਜਿਨ੍ਹਾਂ ਨੇ ਮੁੜ ਕੇ ਗੁਰਮੁਖੋ ਬਦਲਾ ਵੀ ਲਿਆ। ਮੈਂ ਇੱਕ ਬੇਨਤੀ ਛੋਟੀ ਜੀ ਕਰਕੇ ਬਸ 1 ਮਿੰਟ ਤੁਹਾਡਾ ਲੈਣਾ। ਇੱਕ ਤਾਂ ਚੜ੍ਹਦੀ ਕਲਾ ਚਰਿਆ ਕਰੀਏ ਆਪਾਂ ਸਾਰੇ, ਇੱਕੋ ਬੇਨਤੀ ਕਰਨੀ ਚਾਹੁੰਦਾ ਛੋਟੀ ਜੀ, ਬਸ ਆਪਾਂ ਸਮਾਪਤੀ ਹੈ। ਗੁਰਮੁਖੋ ਤੁਸੀਂ YouTube ਚੈਨਲ ਤੇ ਜਾ ਕੇ ਉੱਥੇ RS ਸੋਢੀ ਹੈ ਜਿਨੇ ਕੇਸ ਲੜਿਆ ਭਾਈ ਸਤਵੰਤ ਸਿੰਘ ਦਾ ਤੇ ਭਾਈ ਕੇਰ ਸਿੰਘ ਹੋਣਾ ਦਾ। ਮੇਰੇ ਵੱਲ ਧਿਆਨ ਦਿਓ ਭੈਣ, ਬਸ 2 ਮਿੰਟ। ਔਰ ਉਹ RS ਸੋਢੀ ਕਹਿੰਦਾ ਜਦੋਂ ਮੈਨੂੰ ਕੇਸ ਦਿੱਤਾ ਨਾ ਭਾਈ ਬੇਅੰਤ ਸਿੰਘ ਦਾ, ਮਾਫ ਕਰਨਾ ਭਾਈ ਬੇਅੰਤ ਸਿੰਘ ਸ਼ਹੀਦ ਹੋ ਗਏ ਨੇ, ਭਾਈ ਸਤਵੰਤ ਸਿੰਘ ਦਾ ਤੇ ਕੇਰ ਸਿੰਘ ਦਾ। ਉਹ ਕਹਿੰਦਾ ਜਦੋਂ ਭਾਈ ਬੇਅੰਤ ਸਿੰਘ ਨੂੰ ਉੱਥੇ ਗੋਲੀਆਂ ਲੱਗੀਆਂ ਉਹ ਸ਼ਹੀਦ ਹੋ ਗਏ, ਭਾਈ ਸਤਵੰਤ ਸਿੰਘ ਦੇ ਕਹਿੰਦਾ 4 ਗੋਲੀਆਂ ਲੱਗੀਆਂ, ਭਾਈ ਕੇਰ ਸਿੰਘ ਦੇ ਲੱਗੀਆਂ ਜਦੋਂ ਹਸਪਤਾਲ ਨੂੰ ਛੁੱਟੀ ਮਿਲੀ। ਕਹਿੰਦਾ ਮੈਂ ਵਕੀਲ ਸੀ, ਕਹਿੰਦਾ ਮੇਰਾ ਨਾਂ ਹਿੰਦੁਸਤਾਨ ਦੀਆਂ ਅਖਬਾਰਾਂ ਤੇ ਚਮਕ ਗਿਆ। ਉਹਨਾਂ ਨੇ ਕਿਹਾ ਸਭ ਤੋਂ ਵੱਡਾ ਕੇਸ ਸੀ 1984 ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਦੇ ਕਤਲ ਕਰਨ ਵਾਲੇ ਕਾਤਲ ਭਾਈ ਸਤਵੰਤ ਸਿੰਘ ਦਾ ਤੇ ਬੇਅੰਤ ਸਿੰਘ ਦਾ। ਉਹ ਕੀ ਅੱਗੇ ਕੀ ਕਹਿੰਦਾ, ਜਿਹੜੀ ਗੱਲ ਮੇਨ ਹੈ, ਉਹ ਕਹਿੰਦਾ ਜਦੋਂ ਮੈਂ ਭਾਈ ਸਤਵੰਤ ਸਿੰਘ ਨੂੰ ਮਿਲਿਆ, ਕੇਰ ਸਿੰਘ ਨੂੰ ਮਿਲਿਆ, 25 ਸਾਲਾਂ ਦਾ ਨੌਜਵਾਨ ਤੇ ਜੀਵਨ ਏਡਾ ਕਮਾਲ ਦਾ, ਚੜ੍ਹਦੀ ਕਲਾ ਏਡੀ ਸੋਹਣੀ। ਕਹਿੰਦਾ ਮੈਂ ਪੁੱਛਿਆ ਵੀ ਮੈਂ ਚਾਹੁੰਦਾ ਮੈਂ ਵੀ ਸਿੱਖਾਂ, ਮੈਂ ਵੀ ਵਕੀਲ ਹਾਂ, ਮੈਂ ਚਾਹੁੰਦਾ ਤੈਨੂੰ ਇੱਕ ਵੀ ਚਪੇੜ ਨਾ ਵੱਜੇ, ਮੈਨੂੰ ਇਹ ਦੱਸ ਵੀ ਤੈਨੂੰ ਕਿਸੇ ਨੇ ਦੁੱਖ ਤਾਂ ਨਹੀਂ ਦਿੱਤਾ। ਭਾਈ ਸਤਵੰਤ ਸਿੰਘ ਨੂੰ ਪੁੱਛਦਾ। ਭਾਈ ਸਤਵੰਤ ਸਿੰਘ ਕਹਿੰਦੇ ਨੇ ਵਕੀਲ ਸਾਹਿਬ ਦੁੱਖ ਤਾਂ ਕੋਈ ਨਹੀਂ ਦਿੱਤਾ, ਪਰ ਜਿੱਥੇ ਗੋਲੀਆਂ ਲੱਗੀਆਂ ਸੀ ਨਾ, ਜ਼ਖਮ ਹੋਏ ਸੀ, ਇਹ ਕੀ ਕਰਦੇ ਸੀ, ਉਸ ਜ਼ਖਮ ਦੇ ਉੱਤੇ ਗੂਠਾ ਰੱਖ ਦਿੰਦੇ ਸੀ। ਕਹਿੰਦਾ ਜ਼ਖਮ ਅਜੇ ਤਾਜ਼ਾ ਸੀ, ਉਸ ਗੂਠੇ ਦੇ ਰੱਖਣ ਨਾਲ ਇੰਨੀ ਦਰਦ ਹੁੰਦੀ ਸੀ, ਜਾਨ ਨਿਕਲਦੀ ਸੀ, ਪਰ ਫਿਰ ਵੀ ਧੰਨ ਗੁਰੂ ਨਾਨਕ ਸਾਹਿਬ ਦਾ ਧੰਨਵਾਦ ਹੈ ਜਿਨੇ ਇੰਨੀ ਰਹਿਮਤ ਕੀਤੀ ਹੈ। ਉਹ RS ਸੋਢੀ ਕਹਿੰਦਾ ਮੈਂ ਕੇਸ ਲੜਦਾ ਰਿਹਾ, ਕਈ ਵਾਰੀ ਭਾਈ ਸਤਵੰਤ ਸਿੰਘ ਨੂੰ ਮਿਲਿਆ, ਪਰ ਜਦੋਂ ਮੈਂ ਭਾਈ ਸਤਵੰਤ ਸਿੰਘ ਨੂੰ ਮਿਲਣਾ, ਕੇਰ ਸਿੰਘ ਨੂੰ ਮਿਲਣਾ ਨਾ, ਉਹਨੂੰ ਮੈਂ ਇੱਕੋ ਹੀ, ਜਦੋਂ ਉਹਨੂੰ ਪੁੱਛਣਾ ਕੀ ਹਾਲ ਹੈ, ਉਸ ਸੱਜਣ ਨੇ ਹੱਸ ਕੇ ਕਹਿਣਾ ਵਕੀਲ ਸਾਹਿਬ ਚੜ੍ਹਦੀ ਕਲਾ। ਉਹ RS ਸੋਢੀ ਹੁਣ ਜੱਜ ਸੇਵਾ ਮੁਕਤ ਹੋਇਆ। ਉਹ ਕਹਿੰਦਾ ਜਦੋਂ ਮੈਂ ਕੇਸ ਲੜਦਾ ਕੇਸ ਹਾਰ ਗਿਆ, ਭਾਈ ਸਤਵੰਤ ਸਿੰਘ ਨੂੰ, ਭਾਈ ਕੇਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਕਹਿਣ ਲੱਗੇ ਮੈਂ ਕੁਰਸੀ ਤੇ ਬਹਿ ਕੇ ਅੱਖਾਂ ਭਰ ਕੇ ਰੋਇਆ ਵੀ ਮੈਂ ਬਚਾ ਨਹੀਂ ਸਕਿਆ। ਕਹਿੰਦਾ ਮੈਂ ਪੁੱਛਿਆ ਭਾਈ ਸਤਵੰਤ ਸਿੰਘ ਨੂੰ, ਤੇ ਕਹਿੰਦਾ ਮੇਰੇ ਪੁੱਛਣ ਤੋਂ ਪਹਿਲਾਂ ਹੀ ਉਹਨਾਂ ਕਿਹਾ ਵਕੀਲ ਸਾਹਿਬ ਚੰਗਾ ਹੋਇਆ ਇੱਕ ਪਾਸੇ ਕੰਮ ਨਿਬੜਿਆ ਹੈ। ਕਹਿਣ ਲੱਗਾ ਜਦੋਂ ਮੈਂ ਜੇਲ੍ਹ 'ਚ ਮਿਲ ਗਿਆ ਰਾਤ ਕਾਲ ਕੋਠੜੀ 'ਚ, ਕਹਿੰਦਾ ਸਵੇਰੇ ਫਾਂਸੀ ਦੇਣੀ ਸੀ। ਮੈਂ ਪੁੱਛਿਆ ਭਾਈ ਸਤਵੰਤ ਸਿੰਘ ਨੂੰ, ਉਹ 25 ਸਾਲ ਦਾ ਨੌਜਵਾਨ ਤੇ ਉਹਦਾ ਬਾਪੂ ਭਾਈ ਤਰਲੋਕ ਸਿੰਘ, ਕਹਿੰਦਾ ਉਹ ਵੀ ਬੜਾ ਬਹਾਦਰ ਸੀ। ਮੈਂ ਕਹਿੰਦਾ ਰੱਬਾ ਏਦਾਂ ਦੇ ਬੰਦੇ ਨੂੰ ਤੂੰ ਬਣਾਏ ਨੇ ਧਰਤੀ ਦੇ ਉੱਤੇ, ਵਾਹ ਕਮਾਲ, ਇੰਨੇ ਬਹਾਦਰ। ਉਹ ਕਹਿੰਦਾ ਜਦੋਂ ਮੈਂ ਭਾਈ ਸਤਵੰਤ ਸਿੰਘ ਨੂੰ ਮਿਲਿਆ, ਕੇਰ ਸਿੰਘ ਨੂੰ ਮਿਲਿਆ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਹਾਲ ਹੈ। ਉਹ ਕਹਿੰਦੇ ਚੜ੍ਹਦੀ ਕਲਾ। ਕਹਿੰਦੇ ਕੋਈ ਸੁਨੇਹਾ ਦੇਣਾ। ਭਾਈ ਸਤਵੰਤ ਸਿੰਘ ਨੇ ਜਿਹੜੇ ਬਚਨ ਕਹੇ ਉਹ ਬੋਲਦੇ ਨੇ। ਕਹਿਣ ਲੱਗੇ ਉਹਨਾਂ ਨੇ ਕਿਹਾ ਇੱਕੋ ਸੁਨੇਹਾ ਮੇਰਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੇ ਮੇਰਾ। ਉਹ ਕਹਿਣ ਲੱਗੇ ਕੋਈ ਹੋਰ ਸੁਨੇਹਾ ਦੇਵੀਂ, ਜੇ ਦੇਣਾ ਮੈਨੂੰ ਦੇ ਦੇ। ਪੱਤਰਕਾਰ ਬਾਹਰ ਨੇ, ਉਹ ਪੁੱਛਣਗੇ ਵੀ ਤੁਹਾਡੀ ਸਤਵੰਤ ਸਿੰਘ ਨਾਲ ਕੀ ਗੱਲ ਹੋਈ ਹੈ। ਉਹ RS ਸੋਢੀ ਵਕੀਲ ਕਹਿੰਦਾ ਭਾਈ ਸਤਵੰਤ ਸਿੰਘ ਮੈਨੂੰ ਕਹਿੰਦਾ ਵਕੀਲ ਸਾਹਿਬ ਇੱਕ ਸੁਨੇਹਾ ਜ਼ਰੂਰ ਦਿਓ ਉਹਨਾਂ ਨੂੰ। ਉਹ ਸੁਨੇਹਾ ਮੇਰਾ ਇਹ ਹੈ ਕਿ ਜੇ ਮੈਨੂੰ ਰੱਬ ਦੁਬਾਰਾ ਜਨਮ ਦੇਵੇ ਨਾ, ਤੇ ਸਿੱਖਾਂ ਦੇ ਘਰ 'ਚ ਹੀ ਦੇਵੇ। ਭਾਈ ਸਤਵੰਤ ਸਿੰਘ ਕਹਿੰਦੇ ਨਾਲੇ ਜਨਮ ਦੇਵੇ, ਤੇ ਨਾਲੇ ਜੇ ਕੋਈ ਸਾਡੇ ਕੋਲ ਧਾਮਾਂ ਦੀ ਬੇਅਦਬੀ ਕਰੇ, ਤੇ ਮੈਂ ਚਾਹੁੰਦਾ ਵਕੀਲ ਸਾਹਿਬ ਰੱਬ ਮੇਰੇ ਕੋਲ ਫਿਰ ਇਹ ਸੇਵਾ ਲਵੇ। ਤੇ ਜਦੋਂ ਗੁਰਮੁਖੋ RS ਸੋਢੀ ਕਹਿੰਦੇ ਨੇ, ਉਹ ਪੱਤਰਕਾਰ ਨੂੰ ਕਹਿੰਦੇ ਮੈਂ ਹੁਣ ਬੁੱਢਾ ਹੋ ਗਿਆ, ਪਰ ਭਾਈ ਸਤਵੰਤ ਸਿੰਘ ਕੋ, ਕੇਰ ਸਿੰਘ ਕੋਲੋਂ ਮੈਂ ਇੱਕ ਚੀਜ਼ ਸਿੱਖੀ ਹੈ, ਉਹ ਹੈ ਚੜ੍ਹਦੀ ਕਲਾ। ਔਰ ਗੁਰਮੁਖੋ ਆਪਾਂ ਜਿੰਨੇ ਪਿਆਰ ਵਾਲੇ ਆਏ ਹਾਂ, ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਪਾਂ ਵੀ ਮੰਗਿਆ ਕਰੀਏ ਰੱਬ ਦੇ ਘਰੋਂ, ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ
महाराज कृपा करे आप चढ़ती कला च रहिए। बाणी ना जुड़िए। बहुत धन्यवाद भाई साहब गुरप्रीत सिंह जी हुणां दा, धन्यवाद जिन्हें तुसीं सत्संगी का नायक महाराज तुहाडे ते रहमतां कर। आओ अगला प्रोग्राम भाई साहब दसणगे। मेरिया भुलां मेरी झोली च पायो। आखो जी बड़े प्यार नाल वाहिगुरू जी का खालसा वाहिगुरू जी की बहुत बहुत धन्यवाद ज्ञानी महेंद्र सिंह जी जिन्होंने आप जी के नाम स्नान की सच्चे पातशाह कृपा करन इस करने का संगत की सेवा करते रहे। अज आप महान श्री